वाहिगुरु जी का खालसा वाहिगुरु जी की फतेह। आप ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੀ ਸ਼ਾਮ ਦੀ ਇਸ ਕਲਾਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਸੰਥਿਆ ਅਸੀਂ ਅਰਥਾਂ ਸਹਿਤ ਕਰ ਰਹੇ ਹਾਂ, ਉਸ ਕਲਾਸ ਦੇ ਅੰਦਰ ਜੁੜਨ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਮਾਝ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਤਿਗੁਰਾਂ ਦੀਆਂ ਪਾਵਨ ਅਸ਼ਟਪਦੀਆਂ ਜੋ ਨੇ ਉਹ ਅਸੀਂ ਉਹਦੀ ਸੰਥਿਆ ਕਰ ਰਹੇ ਹਾਂ। ਕੁੱਲ ਪਿੱਛੇ 30 ਅਸ਼ਟਪਦੀਆਂ ਹੋ ਚੁੱਕੀਆਂ ਹਨ। ਅੱਜ ਉਸ ਤੋਂ ਅਗਲੀ ਅਸ਼ਟਪਦੀ ਜਿਹੜੀ ਹੈ ਉਹਦੀ ਸੰਥਿਆ, ਉਹਦੀ ਵਿਚਾਰ ਅਰਥਾਂ ਸਮੇਤ ਆਪਾਂ ਆਰੰਭ ਕਰਨੀ ਹੈ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀ ਸੰਗਤ ਕਰੋ ਗੁਰਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ। ਮਨਮੁਖ ਪੜ੍ਹੇ ਪੰਡਿਤ ਕਹਾਵਹਿ, ਦੂਜੈ ਭਾਏ ਮਹਾ ਦੁਖ ਪਾਵਹਿ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਣਿਆ। ਸੱਚੇ ਪਾਤਸ਼ਾਹ ਜੀ ਨੇ ਆਖਿਆ ਮਾਝ ਮਹੱਲਾ ਤੀਜਾ। ਮਾਝ ਇਸ ਰਾਗ ਦਾ ਨਾਮ ਹੈ ਤੇ ਮਹੱਲਾ ਤੀਜਾ ਦਾ ਭਾਵ ਹੈ ਤੀਸਰੇ ਪਾਤਸ਼ਾਹ, ਤੀਸਰੇ ਨਾਨਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਗੁਰੂ ਸਾਹਿਬ ਕਹਿੰਦੇ ਮਨਮੁਖ ਪੜ੍ਹੇ ਪੰਡਿਤ ਕਹਾਵੇ। ਜਿਹੜਾ ਇਨਸਾਨ ਮਨਮੁਖ ਹੈ ਨਾ, ਇੱਕ ਉਹ ਹੈ ਜਿਹੜਾ ਗੁਰਮੁਖ ਹੈ, ਗੁਰੂ ਵਾਲੇ ਪਾਸੇ ਲੱਗਾ। ਇੱਕ ਉਹ ਹੈ ਜਿਹੜਾ ਇਨਸਾਨ ਮਨਮੁਖ ਹੈ, ਜਿਹੜਾ ਆਪਣੇ ਮਨ ਦੇ ਪਿੱਛੇ ਲੱਗਾ ਹੈ। ਪਾਤਸ਼ਾਹ ਜੀ ਕਹਿੰਦੇ ਮਨਮੁਖ ਇਨਸਾਨ ਬੜੇ ਧਰਮ ਦੇ ਗ੍ਰੰਥ ਪੜ੍ਹਦਾ ਹੈ। ਧਰਮ ਦੇ ਗ੍ਰੰਥ ਪੜ੍ਹਨ ਤੋਂ ਬਾਅਦ ਉਹ ਆਪਣੇ ਆਪ ਨੂੰ ਵਿਦਵਾਨ ਵੀ ਅਖਵਾਉਣ ਲੱਗ ਪੈਂਦਾ ਹੈ। ਪੰਡਿਤ ਦਾ ਅਰਥ ਇੱਥੇ ਵਿਦਵਾਨ ਹੈ, ਪੰਡਿਤ ਇੱਥੇ ਬਾਹਮਣ ਨਹੀਂ ਹੈ। ਇੱਥੇ ਪੰਡਿਤ ਦਾ ਅਰਥ ਵਿਦਵਾਨ। ਇੱਕ ਹੋਰ ਗੱਲ ਹੈ ਕਿ ਪੰਡਿਤ ਸ਼ਬਦ ਜਿਹੜਾ ਹੈ ਨਾ, ਉਹ ਹਮੇਸ਼ਾ ਇਸੇ ਤਰ੍ਹਾਂ ਹੀ ਆਇਆ ਹੈ, ਪੱਪੇ ਤੇ ਟਿੱਪੀ, ਡੱਡੇ ਨੂੰ ਸਿਹਾਰੀ ਤੇ ਤੱਤਾ। ਇਹਨੂੰ ਕਦੇ ਪੰਡਤ ਨਹੀਂ ਪੜ੍ਹਨਾ। ਵੈਸੇ ਪੰਡਤ ਸ਼ਬਦ ਹੈ ਹੀ ਨਹੀਂ, ਸ਼ਬਦ ਹੈ ਹੀ ਪੰਡਿਤ। ਪੰਡਿਤ ਡੱਡੇ ਨੂੰ ਸਿਹਾਰੀ ਲਾ ਕੇ। ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਇਨਸਾਨ ਬੜੇ ਧਰਮ ਦੇ ਗ੍ਰੰਥ ਪੜ੍ਹਦਾ ਹੈ, ਆਪਣੇ ਆਪ ਨੂੰ ਪੰਡਿਤ, ਆਪਣੇ ਆਪ ਨੂੰ ਵਿਦਵਾਨ ਵੀ ਅਖਵਾਉਂਦਾ ਹੈ। ਦੂਜੈ ਭਾਏ ਮਹਾ ਦੁਖ ਪਾਵਹਿ। ਫਿਰ ਵੀ ਕਹਿੰਦੇ ਉਹ ਮਾਇਆ ਦੇ ਪਿੱਛੇ, ਦੂਜੇ ਭਾਵ ਦੇ ਪਿੱਛੇ ਲੱਗਾ, ਬੜੇ ਦੁੱਖ ਪਾਉਂਦਾ ਆਪਣੇ ਜੀਵਨ ਦੇ ਅੰਦਰ। ਉਹ ਜਿੰਨੇ ਮਰਜ਼ੀ ਧਰਮ ਦੇ ਗ੍ਰੰਥ ਪੜ੍ਹ ਲਏ, ਮਾਇਆ ਦੇ ਮਗਰ ਲੱਗੇ ਨੂੰ ਹਮੇਸ਼ਾ ਦੁੱਖ ਹੀ ਦੁੱਖ ਮਿਲਣਗੇ। ਵਿਖਿਆ ਮਾਤੇ ਕਿਛ ਸੂਝੈ ਨਾਹੀ। ਅਸਲ ਦੇ ਅੰਦਰ ਮਾਇਆ ਦੇ ਮੋਹ ਵਿੱਚ ਵਿਖਿਆ ਮਾਤੇ, ਮਸਤਿਆ ਹੋਇਆ, ਉਹਨੂੰ ਕੁਛ ਸੁਝਦਾ ਨਹੀਂ ਹੈ, ਉਹਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ। ਫਿਰ ਜੂਨੀ ਆ ਬਣਿਆ। ਪਾਤਸ਼ਾਹ ਕਹਿੰਦੇ ਭਾਈ ਇਹੋ ਜਿਹਾ ਇਨਸਾਨ ਜਿਹੜਾ ਹੈ ਨਾ, ਉਹ ਵਾਰ-ਵਾਰ ਫਿਰ ਜੂਨਾਂ ਦੇ ਵਿੱਚ ਆਉਂਦਾ ਰਹੇਗਾ। ਹਉ ਵਾਰੀ ਜੀਓ ਵਾਰੀ, ਹਉ ਮੈਂ ਮਾਰ ਮਿਲਾਵਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰੀ ਹਾਂ, ਹਉ ਵਾਰੀ ਜੀਓ ਵਾਰੀ। ਮੈਂ ਵਾਰ-ਵਾਰ ਵਾਰਨੇ ਜਾਨਾ, ਕੁਰਬਾਨ ਜਾਨਾ, ਸਦਕੇ ਬਲਿਹਾਰ ਜਾਨਾ। ਕਿਹਦੇ ਉੱਪਰ? ਹਉ ਮੈਂ ਮਾਰ। ਜਿਸ ਇਨਸਾਨ ਨੇ ਆਪਣੇ ਜੀਵਨ ਦੇ ਅੰਦਰ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲਿਆ, ਆਪਣੇ ਅੰਦਰਲੀ ਹਉਮੈ ਨੂੰ ਮਾਰ ਲਿਆ ਤੇ ਮਿਲਾਵਣਿਆ, ਹਉਮੈ ਨੂੰ ਮਾਰ ਕੇ ਜਿਹੜੇ ਮਿਲ ਗਏ ਉਹਦੇ ਨਾਲ, ਕਹਿੰਦੇ ਮੈਂ ਉਹਦੇ ਤੋਂ ਸਦਾ ਵਾਰੀ ਜਾਨਾ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਗੁਰ ਸੇਵਾ ਤੇ, ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਦੀ ਸ਼ਰਨ ਪੈਣ ਨਾਲ ਹਰ ਮਨ ਵਸਿਆ, ਹਰੀ ਪ੍ਰਮਾਤਮਾ ਮਨ ਦੇ ਅੰਦਰ ਆ ਕੇ ਵਸ ਗਿਆ। ਕਹਿੰਦੇ ਹਰ ਰਸ ਸਹਿਜ ਪੀਆਵਣਿਆ। ਆਤਮਕ ਅਡੋਲਤਾ ਵਿੱਚ ਟਿਕ ਕੇ ਫਿਰ ਉਹ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਨੇ ਉਹ ਜੀਵ। ਜਿਹੜੇ ਗੁਰੂ ਸੇਵਾ ਤੇ ਗੁਰੂ ਦੀ ਸੇਵਾ ਕਰਦੇ ਨੇ, ਉਹਨਾਂ ਦੇ ਮਨ ਵਿੱਚ ਹਰੀ ਆ ਕੇ ਵਸਦਾ ਏ। ਫਿਰ ਹਰ ਰਸ ਸਹਿਜ ਪੀਆਵਣਿਆ। ਫਿਰ ਉਹ ਸਹਿਜ ਅਵਸਥਾ ਵਿੱਚ ਟਿਕ ਕੇ ਹਮੇਸ਼ਾ ਹਰ ਰਸ, ਉਸ ਨਾਮ ਦੇ ਰਸ ਨੂੰ ਪੀਂਦੇ ਹੀ ਰਹਿੰਦੇ ਨੇ। ਰਹਾਉ, ਫਿਰ ਵਿਸ਼ਰਾਮ ਦੇ ਕੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣਹਿ ਮੋਹੇ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਸੱਚੇ ਪਾਤਸ਼ਾਹ ਕਹਿੰਦੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ।
ਆਪਣੇ ਆਪ ਨੂੰ ਪੰਡਿਤ ਵਿਦਵਾਨ ਅਖਵਾਉਣ ਵਾਲੇ ਲੋਕ ਵੇਦ ਤਾਂ ਪੜ੍ਹਦੇ ਨੇ, ਬੜੇ ਵੇਦ ਪੜ੍ਹ ਲਏ, ਚਾਰੇ ਦੇ ਚਾਰੇ ਵੇਦ ਵਾਰ-ਵਾਰ ਬੜੀ ਵਾਰ ਪੜ੍ਹ ਲਏ, ਪਰ ਕਹਿੰਦੇ ਹੋਇਆ ਕਿ ਹਰ ਰਸ ਨਹੀਂ ਆਇਆ। ਉਹ ਮਨਮੁਖ ਦੀ ਗੱਲ ਏ, ਉਹ ਪੰਡਿਤ ਵਿਦਵਾਨ ਬਣਾ ਜਿਹੜਾ ਆਪਣੇ ਆਪ ਵਿੱਚ, ਉਹਦੀ ਗੱਲ ਏ। ਪਾਤਸ਼ਾਹ ਕਹਿੰਦੇ ਜਿੰਨੀ ਵਾਰ ਮਰਜ਼ੀ ਵੇਦ ਪੜ੍ਹ ਲਏ, ਧਰਮ ਦੇ ਗ੍ਰੰਥ ਪੜ੍ਹ ਲਏ, ਪਰ ਉਹਨੂੰ ਨਾਮ ਦਾ ਰਸ ਉਹਨਾਂ ਵਿੱਚੋਂ ਕਦੇ ਨਹੀਂ ਆਉਂਦਾ। ਵਾਦ ਬਖਾਣ ਹੈ ਮੋਹੇ ਮਾਇਆ, ਵੇਦ ਆਦਿਕ ਪੜ੍ਹ ਕੇ, ਧਰਮ ਦੇ ਗ੍ਰੰਥ ਪੜ੍ਹ ਕੇ ਉਹ ਬਸ ਵਾਦ ਬਖਾਣੇ, ਵਾਦ ਦਾ ਅਰਥ ਹੁੰਦਾ ਹੈ ਬਹਿਸ ਝਗੜਾ, ਉਹ ਹੋਰਾਂ ਨੂੰ ਬਹਿਸ ਕਰਦੇ ਰਹਿੰਦੇ ਨੇ ਇਹਦੇ ਨਾਲ, ਵੀ ਆਹ ਏਦਾਂ ਨਹੀਂ, ਆਹ ਏਦਾਂ ਨਹੀਂ। ਜਿਹੜਾ ਬੰਦਾ ਬਹਿਸ ਕਰਦਾ ਹੈ ਨਾ ਸੱਚੇ ਧਰਮ ਦੇ ਨਾਮ ਤੇ, ਧਰਮ ਦੇ ਗ੍ਰੰਥਾਂ ਦੇ ਨਾਮ ਤੇ, ਸੱਚੇ ਪਾਤਸ਼ਾਹ ਕਹਿੰਦੇ ਉਹ ਮੋਹੇ ਮਾਇਆ, ਉਹ ਮਾਇਆ ਦਾ ਮੋਹਿਆ ਹੋਇਆ ਹੈ, ਉਹਨੂੰ ਮਾਇਆ ਨੇ ਮੋਹ ਰੱਖਿਆ ਹੈ। ਅਗਿਆਨ ਮਤੀ ਸਦਾ ਅੰਧਿਆਰਾ, ਅਸਲ ਵਿੱਚ ਇਹੋ ਜਿਹਾ ਇਨਸਾਨ ਅਗਿਆਨ ਮਤੀ ਹੈ, ਉਹਦੀ ਮਤ ਅਗਿਆਨਤਾ ਦੇ ਵਿੱਚ ਹੈ, ਉਹਨੂੰ ਪਤਾ ਨਹੀਂ ਇਸ ਗੱਲ ਦਾ। ਸਦਾ ਅੰਧਿਆਰਾ, ਤੇ ਇਹੋ ਜਿਹਾ ਇਨਸਾਨ ਸਦਾ ਮਾਇਆ ਤੇ ਮੋਹ ਦੇ ਹਨੇਰੇ ਵਿੱਚ ਹੀ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਗੁਰਮੁਖ ਬੂਝ ਹਰ ਗਾਵਣਿਆ, ਅਸਲ ਵਿੱਚ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਨਾ ਗੁਰਮੁਖ, ਉਹੀ ਬੁੱਝਦਾ ਹੈ। ਬੂਝ ਉਹੀ, ਉਹਨੂੰ ਸਮਝ ਆਉਂਦੀ ਹੈ ਹਰ ਗਾਵਣਿਆ, ਤੇ ਸਮਝ ਆਉਣ ਤੋਂ ਬਾਅਦ ਉਹੀ ਇਨਸਾਨ ਜਿਹੜਾ ਹੈ ਫਿਰ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਫਿਰ ਬਾਦਸ਼ਾਹ ਜੀ ਕਹਿੰਦੇ ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵਹਿ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ। ਕਹਿੰਦੇ ਅਕਥੋ ਕਥੀਐ ਸ਼ਬਦ ਸੁਹਾਵੈ, ਅਕਥੋ, ਅਕਥ ਜਿਸ ਦਾ ਸਰੂਪ ਅਕਥ, ਵੇਖੋ ਦੋ ਸ਼ਬਦ ਨੇ, ਪਹਿਲਾ ਹੈ ਅਕਥੋ, ਦੂਸਰਾ ਹੈ ਕਥੀਐ। ਪਹਿਲਾ ਸ਼ਬਦ ਹੈ ਅਸਲ ਵਿੱਚ ਅਕਥ, ਅਕਥ ਦਾ ਭਾਵ ਹੈ ਜਿਹਨੂੰ ਕਥਿਆ ਨਾ ਜਾ ਸਕਦਾ ਹੋਵੇ, ਜਿਹਨੂੰ ਕਿਹਾ ਨਾ ਜਾ ਸਕੇ, ਉਹ ਪ੍ਰਮਾਤਮਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਨੇ ਕਥੀਐ, ਉਹ ਜਿਹੜਾ ਅਕਥ ਪ੍ਰਮਾਤਮਾ ਹੈ ਉਹਨੂੰ ਕਥਦਾ ਹੈ, ਉਹਨੂੰ ਬਿਆਨ ਕਰਦਾ ਹੈ ਵੀ ਉਹ ਇਹੋ ਜਿਹਾ। ਵੇਖੋ ਦੋ ਗੱਲਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਉਦਾਹਰਨਾਂ ਦੇਵਾਂਗਾ। ਇੱਕ ਪਾਸੇ ਤੇ ਕਿਹਾ ਜਾਂਦਾ ਹੈ ਭਾਈ ਉਹ ਪ੍ਰਮਾਤਮਾ ਜਿਹੜਾ ਹੈ ਨਾ, ਉਹਦਾ ਨਾ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਨਾ ਉਹਦਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ, ਉਹਦਾ ਕੁਛ ਵੀ ਨਹੀਂ ਹੈ ਪ੍ਰਮਾਤਮਾ ਦਾ। ਇੱਕ ਪਾਸੇ ਉਸ ਪ੍ਰਮਾਤਮਾ ਨੂੰ ਕਿਹਾ ਜਾਂਦਾ ਹੈ ਕਿ ਉਹ ਪ੍ਰਮਾਤਮਾ ਜਿਹੜਾ ਹੈ ਨਾ, ਸੋਹਣਾ ਨੱਕ ਜਿਨ ਲੰਬੜੇ ਵਾਲਾ, ਉਹਦਾ ਬਾਲਾ, ਉਹਦਾ ਨੱਕ ਬੜਾ ਸੋਹਣਾ ਹੈ, ਉਹਦੇ ਵਾਲ ਬੜੇ, ਉਹਦੇ ਕੇਸ ਬੜੇ ਲੰਮੇ ਨੇ। ਇਹ ਹੁੰਦਾ ਹੈ ਕਿ ਜਿਹੜਾ ਅਕਥ ਪ੍ਰਮਾਤਮਾ ਹੈ, ਉਸ ਪ੍ਰਮਾਤਮਾ ਨੂੰ ਕਥਨ ਕਰਨਾ। ਤੇ ਇਹ ਕਿਵੇਂ ਹੁੰਦਾ ਹੈ? ਅਕਥੋ ਕਥੀਐ ਸ਼ਬਦ ਸੁਹਾਵੈ, ਜਿਹੜਾ ਸ਼ਬਦ ਦੇ ਰਾਹੀਂ ਸੁਹਾਵਣਾ ਬਣ ਜਾਂਦਾ ਹੈ ਨਾ, ਜਿਹਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਸ਼ਬਦ ਵਸਾ ਲਿਆ, ਪਾਤਸ਼ਾਹ ਕਹਿੰਦੇ ਉਹ ਫਿਰ ਅਕਥ ਪ੍ਰਮਾਤਮਾ ਨੂੰ ਵੀ ਕਥਨ ਦੇ ਲਾਇਕ ਹੋ ਜਾਂਦਾ ਹੈ, ਬਿਆਨ ਕਰਨ ਦੇ ਲਾਇਕ ਹੋ ਜਾਂਦਾ ਹੈ। ਗੁਰਮਤੀ ਮਨ ਸੱਚੋ ਭਾਵੈ, ਫਿਰ ਗੁਰਮਤੀ ਗੁਰੂ ਦੀ ਮੱਤ ਦੇ ਨਾਲ ਮਨ ਦੇ ਅੰਦਰ ਸੱਚੋ ਭਾਵੈ, ਭਾਵੈ ਦਾ ਅਰਥ ਭਾਉਂਦਾ ਹੈ, ਚੰਗਾ ਲੱਗਦਾ ਹੈ। ਫਿਰ ਗੁਰੂ ਦੀ ਮੱਤ ਲੈ ਕੇ ਉਹਨੂੰ ਪ੍ਰਮਾਤਮਾ ਮਨ ਦੇ ਅੰਦਰ ਚੰਗਾ ਲੱਗਦਾ ਹੈ, ਆਪਣੇ ਭਾ ਜਾਂਦਾ ਹੈ। ਸੱਚੋ ਸੱਚ ਰਵਹਿ ਦਿਨ ਰਾਤੀ, ਇਹੋ ਮਨ ਸੱਚ ਰੰਗਾ ਬਣਿਆ। ਕਹਿੰਦੇ ਸੱਚੋ ਸੱਚ ਰਵਹਿ ਦਿਨ ਰਾਤੀ, ਉਹ ਫਿਰ ਕੀ ਹੈ ਕਿ ਸਦਾ ਦਿਨ ਰਾਤ, ਦਿਨ ਰਾਤੀ, ਦਿਨ ਰਾਤ ਸਦਾ ਫਿਰ ਪ੍ਰਮਾਤਮਾ ਨੂੰ ਸਿਮਰਦੇ ਨੇ। ਰਵਹਿ ਦਾ ਅਰਥ ਸਿਮਰਨਾ, ਜਪਣਾ। ਉਸ ਸੱਚੇ ਪ੍ਰਮਾਤਮਾ ਨੂੰ ਦਿਨ ਰਾਤ ਫਿਰ ਉਹ ਜੀਵ ਸਿਮਰਦੇ ਨੇ। ਇਹੋ ਮਨ ਸੱਚ ਰੰਗਾ ਬਣਿਆ, ਤੇ ਉਹਨਾਂ ਦਾ ਜਿਹੜਾ ਮਨ ਹੈ ਨਾ, ਉਹ ਸੱਚੇ ਪ੍ਰਮਾਤਮਾ ਦੇ ਨਾਮ ਰੰਗ ਦੇ ਅੰਦਰ ਜਿਹੜਾ ਹੈ ਸਦਾ ਦੇ ਵਾਸਤੇ ਰੰਗਿਆ ਜਾਂਦਾ ਹੈ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨਾ ਪਛੋਤਾਵੈ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕਹਿੰਦੇ ਜੋ ਸੱਚ ਰਤੇ ਤਿਨ ਸੱਚੋ ਭਾਵੈ, ਜਿਹੜੇ ਮਨੁੱਖ ਉਸ ਪ੍ਰਮਾਤਮਾ ਸੱਚ, ਸੱਚ ਦਾ ਅਰਥ ਹੈ ਪ੍ਰਮਾਤਮਾ ਜਿਹੜਾ ਸਦਾ ਸਦੀਵ ਹੈ, ਸਦਾ ਥਿਰ ਰਹਿਣ ਵਾਲਾ ਹੈ, ਜਿਹੜੇ ਉਸ ਪ੍ਰਮਾਤਮਾ ਦੇ ਰਾਮ ਰੰਗ ਵਿੱਚ ਰੱਤੇ ਗਏ, ਤਿਨ ਸੱਚੋ ਭਾਵੈ, ਕਹਿੰਦੇ ਉਹਨਾਂ ਨੂੰ ਸੱਚਾ ਪ੍ਰਮਾਤਮਾ ਬੜਾ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਆਪੇ ਦੇ ਨਾ ਪਛੋਤਾਵੈ, ਕਹਿੰਦੇ ਇਹ ਜਿਹੜੀ ਦਾਤ ਹੈ ਨਾ, ਇਹ ਵੀ ਪ੍ਰਮਾਤਮਾ ਉਹਨਾਂ ਜੀਵਾਂ ਨੂੰ ਆਪ ਹੀ ਦਿੰਦਾ ਹੈ, ਨਾ ਪਛੋਤਾਵੈ। ਤੇ ਇਹ ਦਾਤ ਦੇ ਕੇ ਪ੍ਰਮਾਤਮਾ ਕਦੇ ਪਛਤਾਉਂਦਾ ਨਹੀਂ ਹੈ, ਫਿਰ ਕਦੇ ਨਹੀਂ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਅਸਲ ਵਿੱਚ ਜਿਹੜਾ ਸੱਚ ਪ੍ਰਮਾਤਮਾ ਹੈ ਨਾ, ਉਹ ਜਾਣਿਆ ਜਾਤਾ, ਜਾਣਿਆ ਕਿਵੇਂ ਜਾਂਦਾ ਹੈ? ਗੁਰ ਕੈ ਸ਼ਬਦ,
ਅਸਲ ਵਿੱਚ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਸੱਚੇ ਪ੍ਰਮਾਤਮਾ ਨੂੰ ਜਾਣਿਆ ਜਾਂਦਾ ਹੈ। ਮਿਲ ਸੱਚੇ ਸੁਖ ਪਾਵਣਿਆ, ਤੇ ਉਸ ਸੱਚੇ ਪ੍ਰਮਾਤਮਾ ਨੂੰ ਮਿਲ ਕੇ ਹੀ ਜਿਹੜੇ ਅਸਲ ਸੁੱਖ ਨੇ ਨਾ, ਉਹ ਇਨਸਾਨ ਨੂੰ, ਇਸ ਜੀਵਨ ਨੂੰ ਮਿਲਦੇ ਹਨ, ਪ੍ਰਾਪਤ ਹੁੰਦੇ ਹਨ। ਫਿਰ ਪਾਤਸ਼ਾਹ ਕਹਿੰਦੇ ਕੂੜ ਕੁਸੁੱਤ ਤਿਨਾ ਮੈਲ ਨ ਲਾਗੈ, ਗੁਰ ਪ੍ਰਸਾਦੀ ਅਣਦਿਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਕਹਿੰਦੇ ਕੂੜ ਕੁਸੱਤ, ਇਹਨੂੰ ਕੁਸਤ ਨਹੀਂ ਪੜਨਾ ਇਸ ਸ਼ਬਦ ਨੂੰ। ਦੇਖੋ ਸਕਰੀਨ ਵੱਲ ਵੇਖੋਗੇ, ਆ ਜਿਹੜਾ ਸ਼ਬਦ ਹੈ ਨਾ, ਮੈਂ ਕਰਜ਼ਰ ਕਰ ਰਿਹਾ ਉਹਦੇ ਉੱਪਰ, ਕੂੜ ਤੇ ਕੁਸੱਤ, ਇਹਨੂੰ ਕੁਸੱਤ ਪੜਨਾ ਹੈ, ਕੁਸਤ ਕਦੇ ਨਹੀਂ ਪੜਨਾ। ਕੁਸਤ ਅਸਲ ਵਿੱਚ ਕੋਈ ਸ਼ਬਦ ਹੀ ਨਹੀਂ ਹੈ। ਇੱਕ ਹੈ ਸੱਤ, ਇੱਕ ਹੈ ਦੂਸਰਾ ਉਹਦੇ ਤੋਂ ਉਲਟ ਹੋਏਗਾ, ਉਹਨੂੰ ਕਵਾਂਗੇ ਕੁਸੱਤ। ਸੱਚੇ ਪਾਤਸ਼ਾਹ ਕਹਿੰਦੇ ਕੂੜ ਕੁਸੱਤ ਤਿਨਾ ਮੈਲ ਨਾ ਲੱਗੇ। ਇਹੋ ਜਿਹੇ ਜਿਹੜੇ ਮਨੁੱਖ ਨੇ ਨਾ, ਉਹਨਾਂ ਨੂੰ ਫਿਰ ਝੂਠ ਉਹਨਾਂ ਨੂੰ ਪੋਹ ਨਹੀਂ ਸਕਦਾ। ਕੁਸੱਤ, ਸੱਤ ਤੋਂ ਬਿਨਾਂ ਉਹ ਉਹਨਾਂ ਨੂੰ ਕਦੇ ਨੇੜੇ ਨਹੀਂ ਆਏਗਾ। ਉਹਨਾਂ ਨੂੰ ਮੈਲ ਵੀ ਕਿਸੇ ਤਰ੍ਹਾਂ ਦੀ ਨਹੀਂ ਲੱਗੇਗੀ ਉਹਨਾਂ ਜੀਵਾਂ ਨੂੰ ਜਿਹੜੇ ਨਾਮ ਰੰਗ ਵਿੱਚ ਰੱਤੇ ਗਏ। ਗੁਰ ਪ੍ਰਸਾਦੀ ਅਨਦਿਨ ਜਾਗੈ। ਅਸਲ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਉਹ ਅਨਦਿਨ ਜਾਗਦੇ ਨੇ, ਮਾਇਆ ਦੇ ਹੱਲਿਆਂ ਵੱਲੋਂ, ਦੂਜੇ ਭਾਵ ਵੱਲੋਂ ਹਮੇਸ਼ਾ ਸਦਾ ਹੀ ਉਹ ਜਾਗਦੇ ਰਹਿੰਦੇ ਨੇ। ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਸੱਚੇ ਪਾਤਸ਼ਾਹ ਕਹਿੰਦੇ ਫਿਰ ਹੁੰਦਾ ਕੀ ਹੈ, ਨਿਰਮਲ ਨਾਮ ਵਸੈ ਘਟ ਭੀਤਰ। ਪਰਮਾਤਮਾ ਦਾ ਜਿਹੜਾ ਨਿਰਮਲ ਨਾਮ ਹੈ ਨਾ, ਉਹਨਾਂ ਦੇ ਘਟ ਘਟ ਕਹਿੰਦੇ ਨੇ ਹਿਰਦੇ ਨੂੰ, ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਭੀਤਰ ਅੰਦਰ। ਜੋਤੀ ਜੋਤ ਮਿਲਾਵਣਿਆ, ਉਸਦੀ ਸੁਰਤ ਸਦਾ ਪ੍ਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ। ਇਹਦੀ ਜੋਤ, ਇਨਸਾਨ ਦੀ ਜੋਤ, ਉਸ ਪ੍ਰਮਾਤਮਾ ਦੀ ਜੋਤ ਦੇ ਵਿੱਚ ਸਦਾ ਦੇ ਵਾਸਤੇ ਆ ਕੇ ਕਹਿੰਦੇ ਮਿਲ ਜਾਂਦੀ ਹੈ। ਫਿਰ ਪਾਤਸ਼ਾਹ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤਤ ਨਾ ਜਾਣਹਿ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣਹਿ, ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਤ੍ਰੈ ਗੁਣ ਪੜ੍ਹੇ ਹਰ ਤਤ ਨਾ ਜਾਣਹਿ। ਤ੍ਰੈ ਗੁਣ ਪੜ੍ਹੇ ਕਹਿੰਦੇ ਜਿਹੜੇ ਸਦਾ ਤ੍ਰਿਗੁਣੀ ਮਾਇਆ ਦੇ ਲੇਖ ਹੀ ਪੜ੍ਹਦੇ ਰਹਿੰਦੇ ਨੇ, ਜਿਹੜੇ ਮਾਇਆ ਨੂੰ ਹੀ ਪੜ੍ਹਦੇ ਰਹਿੰਦੇ ਨੇ, ਹਰ ਤਤ ਨਾ ਜਾਣੈ, ਉਹ ਜਗਤ ਦੇ ਮੂਲ ਪਰਮਾਤਮਾ ਦੀ ਅਸਲ ਜਿਹੜੀ ਯਾਦ ਹੈ, ਜਿਹੜਾ ਤਤ ਹੈ, ਉਹਨੂੰ ਜਾਣਦੇ ਨਹੀਂ, ਉਹਨੂੰ ਸਮਝਦੇ ਨਹੀਂ। ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣਹਿ, ਉਹ ਮਨੁੱਖ ਜਗਤ ਦੇ ਮੂਲ ਪਰਮਾਤਮਾ ਦੀ ਯਾਦ ਤੋਂ ਸਦਾ ਹੀ ਖੁੰਝੇ ਰਹਿੰਦੇ ਨੇ, ਭੁੱਲ ਜਾਂਦੇ ਨੇ। ਉਹ ਗੁਰ ਸ਼ਬਦ ਨਾ ਪਛਾਣੈ, ਗੁਰੂ ਦੇ ਸ਼ਬਦ ਦੇ ਨਾਲ ਪਛਾਣ ਨਹੀਂ ਰੱਖਦੇ, ਉਹ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੀ ਸਾਂਝ ਨਹੀਂ ਬਣਦੀ। ਕਹਿੰਦੇ ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਕਹਿੰਦੇ ਮੋਹ ਵਿਆਪੈ, ਉਹ ਮੋਹ ਦੇ ਵਿੱਚ ਗਲਤਾਨ ਰਹਿੰਦੇ ਨੇ, ਉਹਨਾਂ ਨੂੰ ਮੋਹ ਚੰਬੜਿਆ ਰਹਿੰਦਾ ਹੈ। ਤੇ ਜਿਨ੍ਹਾਂ ਨੂੰ ਮੋਹ ਚੰਬੜਿਆ ਰਹਿੰਦਾ, ਕਿਛ ਸੂਝੈ ਨਾਹੀ, ਕਹਿੰਦੇ ਉਹਨਾਂ ਨੂੰ ਫਿਰ ਕੁਛ ਸੁੱਝਦਾ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਸੂਝੀ ਨਹੀਂ ਉਹਨਾਂ ਨੂੰ ਆਉਂਦੀ। ਅਸਲ ਵਿੱਚ ਗੁਰ ਸ਼ਬਦੀ ਹਰ ਪਾਵਣਿਆ, ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਹੀ ਪ੍ਰਮਾਤਮਾ ਹਰ ਪਾਵਣਿਆ, ਹਰੀ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਉਹ ਹੁੰਦੀ ਹੈ। ਤੇ ਜਿਹੜੇ ਮਾਇਆ ਵਿੱਚ ਗਲਤਾਨ ਰਹਿੰਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਿਰ ਇਹ ਗੱਲ ਦੀ ਜਿਹੜੀ ਸਮਝ ਉਹ ਨਹੀਂ ਆਉਂਦੀ। ਵੇਦ ਪੁਕਾਰ ਹੈ ਤ੍ਰਿਪਿਦ ਮਾਇਆ, ਮਨ ਮੁਖ ਨਾ ਬੂਝੈ ਦੂਜੈ ਭਾਇਆ, ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣਹਿ, ਬਿਨ ਬੂਝੈ ਦੁਖ ਪਾਵਣਿਆ। ਕਹਿੰਦੇ ਵੇਦ ਪੁਕਾਰੈ ਤ੍ਰਿਪਿਦ ਮਾਇਆ। ਜਿਹੜੇ ਪੰਡਿਤ ਨੇ ਵੇਦ ਆਦਿ ਧਰਮ ਪੁਸਤਕਾਂ ਨੂੰ ਉੱਚੀ ਉੱਚੀ ਪੜ੍ਹਦੇ ਨੇ, ਅਸਲ ਵਿੱਚ ਕੀ ਹੈ ਕਿ ਵੇਦ ਵੀ ਇਹ ਪੁਕਾਰ ਰਹੇ ਨੇ, ਵੇਦ ਵੀ ਇਹ ਕਹਿ ਰਹੇ ਨੇ ਕਿ ਤ੍ਰਿਪਿਦ ਮਾਇਆ, ਕਿ ਮਾਇਆ ਦਾ ਤੇ ਤਿੰਨ ਗੁਣਾਂ ਵਾਲੀ ਮਾਇਆ ਦਾ ਪ੍ਰਭਾਵ ਹਰ ਪਾਸੇ, ਹਰ ਇੱਕ ਦੇ ਉੱਪਰ ਹੈ। ਮਨ ਮੁਖ ਨਾ ਬੂਝੈ, ਤੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਦੇ ਇਸ ਗੱਲ ਨੂੰ ਬੁੱਝਦਾ ਹੀ ਨਹੀਂ, ਇਸ ਗੱਲ ਨੂੰ ਸਮਝਦਾ ਹੀ ਨਹੀਂ ਕਿ ਮਾਇਆ ਦਾ ਪ੍ਰਭਾਵ। ਦੂਜਾ ਭਾਇਆ, ਉਹ ਹਮੇਸ਼ਾ ਦੂਜੇ ਭਾਵ ਦੇ ਅੰਦਰ ਹੀ ਟਿਕਿਆ ਰਹਿੰਦਾ, ਹਮੇਸ਼ਾ ਹੀ। ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣਹਿ, ਉਹ ਇਹਨਾਂ ਦੇਖੋ ਤ੍ਰੈ ਗੁਣ ਪੜ੍ਹੇ, ਇਹਨਾਂ ਤਿੰਨਾਂ ਗੁਣਾਂ ਦੇ ਬਾਰੇ, ਮਾਇਆ ਦੇ ਬਾਰੇ ਪੜ੍ਹਦੇ ਨੇ, ਤਿੰਨ ਗੁਣੀ ਮਾਇਆ ਦੇ ਬਾਰੇ ਵਾਰ-ਵਾਰ ਪੜ੍ਹਦੇ ਨੇ। ਏਕ ਨਾ ਜਾਣੇ, ਪਰ ਇੱਕ ਪਰਮਾਤਮਾ ਨੂੰ ਜਾਣਨ ਦਾ ਯਤਨ ਕਰਦੇ ਹੀ ਨਹੀਂ, ਇੱਕ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੀ ਨਹੀਂ। ਬਿਨ ਬੂਝੇ ਦੁਖ ਪਾਵਣਿਆ, ਤੇ ਜਿੰਨਾ ਚਿਰ ਪਰਮਾਤਮਾ ਨੂੰ ਬੁੱਝਦੇ ਨਹੀਂ, ਪਰਮਾਤਮਾ ਨੂੰ ਸਮਝਦੇ ਨਹੀਂ, ਜਿੰਨਾ ਚਿਰ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣਦੀ, ਦੁੱਖ ਪਾਵਣਿਆ। ਸੱਚੇ ਪਾਤਸ਼ਾਹ ਕਹਿੰਦੇ ਉਨੀ ਦੇਰ ਉਹ ਦੁੱਖ ਹੀ ਪਾਉਂਦੇ ਰਹਿੰਦੇ ਹਨ। ਤੇ ਅੱਗੇ ਆਖਿਆ ਜਾ ਤਿਸ ਭਾਵੈ ਤਾਂ ਆਪ ਮਿਲਾਏ,
गुर शब्दी सहसा दुख चुकाए, नानक नावै की सच्ची वडियाई, नामो मन सुख पावणिया। ਕਹਿੰਦੇ ਜਦ ਤਿਸ ਭਾਵੈ ਤਾਂ ਆਪ ਮਿਲਾਏ। ਵੱਡੀ ਗੱਲ ਇਹ ਆ, ਜਿਹੜੇ ਉਹਨੂੰ ਭਾਗ ਗਏ ਨਾ ਉਹਨੂੰ ਆਪ ਮਿਲਾ ਲੈਂਦਾ ਹੈ ਆਪਣੇ ਨਾਲ। ਜਿਹੜੇ ਉਹਨੂੰ ਭਾਗ ਗਏ, ਉਹਨੂੰ ਚੰਗੇ ਲੱਗੇ, ਉਹਨੂੰ ਆਪਣੇ ਨਾਲ ਮਿਲਾਉਂਦਾ ਹੈ। ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਗੁਰੂ ਦੀ ਸ਼ਬਦ ਦੀ ਰਾਹੀਂ ਉਹਦੇ ਅੰਦਰਲਾ ਸਹਿਸਾ ਭਰਮ ਜਿਹੜਾ ਹੈ, ਸਹਿਮ ਜਿਹੜਾ ਹੈ, ਜਿਹੜਾ ਦੁੱਖ ਹੈ ਉਹਦੇ ਅੰਦਰੋਂ ਪ੍ਰਮਾਤਮਾ ਉਹ ਵੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਜੀਵ ਦੇ ਅੰਦਰੋਂ ਦੂਰ ਕਰ ਦਿੰਦਾ ਹੈ। ਨਾਨਕ ਨਾਵੈ ਕੀ ਸੱਚੀ ਵਡਿਆਈ। ਕਹਿੰਦੇ ਭਾਈ, ਹੈ ਭਾਈ, ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਸੱਚੀ ਵਡਿਆਈ ਬਖਸ਼ ਦਿੰਦਾ ਹੈ ਨਾ, ਨਾਮੋ ਮਨ ਸੁਖ ਪਾਵਣਿਆ। ਨਾਮੋ ਮਨ, ਮਨ ਸ਼ਬਦ ਨਹੀਂ ਹੈ, ਮਨ ਹੈ। ਮਨ ਸਾਡਾ ਅੰਦਰ ਜਿਹੜਾ ਇਹ ਹੈ ਮਨ, ਜਿਹਨੂੰ ਕਹਿੰਦੇ ਮੰਨਣਾ, ਮਨ। ਨਾਮੋ ਮਨ, ਜਿਹੜੇ ਨਾਮ ਨੂੰ ਮੰਨਦੇ ਨੇ, ਕਹਿੰਦੇ ਸੁਖ ਪਾਵਣਿਆ। ਅਸਲ ਵਿੱਚ ਉਹਨਾਂ ਨੂੰ ਹੀ ਜਿਹੜਾ ਹੈ ਉਹ ਅਧਿਆਤਮਕ ਸੁਖ ਮਿਲਦਾ ਹੈ। ਅੱਗੇ ਮੇਰੇ ਪਾਤਸ਼ਾਹ ਜੀ ਨੇ ਅਗਲੇ ਸ਼ਬਦ ਵਿੱਚ ਰਹਿਮਤ ਕੀਤੀ, ਕਹਿੰਦੇ ਮਾਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਮਾਝ ਰਾਗ ਦਾ ਨਾਮ ਹੈ, ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨਿਰਗੁਣ ਸਰਗੁਣ ਆਪੇ ਸੋਈ। ਸੱਚੇ ਪਾਤਸ਼ਾਹ ਕਹਿੰਦੇ ਭਾਈ, ਉਹ ਪ੍ਰਮਾਤਮਾ ਨਿਰਗੁਣ ਵੀ ਆਪ ਹੈ ਤੇ ਸਰਗੁਣ ਵੀ ਉਹ ਪ੍ਰਮਾਤਮਾ ਆਪ ਹੈ। ਭਾਵ ਉਹ ਪ੍ਰਮਾਤਮਾ ਜਿਹੜਾ ਹੈ ਨਾ, ਨਿਰਗੁਣ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ, ਸਰਗੁਣ ਜਿਸ ਵਿੱਚ ਮਾਇਆ ਦੇ 3 ਗੁਣ ਮੌਜੂਦ ਨੇ, ਉਹ ਪ੍ਰਮਾਤਮਾ ਆਪ ਹੀ ਹੈ। ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਤਤ ਪਛਾਣੈ ਸੋ ਪੰਡਿਤ ਹੋਈ। ਤੇ ਜਿਹੜਾ ਮਨੁੱਖ ਇਸ ਤੱਤ ਨੂੰ ਪਛਾਣ ਲੈਂਦਾ ਹੈ ਨਾ ਕਿ ਨਿਰਗੁਣ ਵੀ ਉਹ ਹੈ, ਸਰਗੁਣ ਵੀ ਉਹ ਹੈ, ਘਟ ਘਟ ਦੇ ਅੰਦਰ ਵਸ ਰਿਹਾ ਹੈ। ਅਸਲ ਵਿੱਚ ਜਿਹੜਾ ਇਸ ਤੱਤ ਨੂੰ ਪਛਾਣ ਲੈਂਦਾ ਹੈ, ਪਾਤਸ਼ਾਹ ਕਹਿੰਦੇ ਸੋ ਪੰਡਿਤ ਹੋਏ। ਅਸਲ ਵਿੱਚ ਉਹੀ ਪੰਡਿਤ ਹੈ, ਉਹ ਅਸਲ ਪੰਡਿਤ ਹੈ, ਉਹ ਅਸਲ ਵਿਦਵਾਨ ਹੈ, ਜਿਹਨੇ ਉਹ ਅਸਲ ਉਹਦੇ ਤੇ ਗੁਰੂ ਦੀਆਂ ਰਹਿਮਤਾਂ ਨੇ, ਜਿਹਨੇ ਇਸ ਤੱਤ ਨੂੰ ਪਛਾਣ ਲਿਆ। ਕਹਿੰਦੇ ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਉਹ ਮਨੁੱਖ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਕਰਵਾ ਲੈਂਦਾ, ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਉਹ ਸਦਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਵਸਾਈ ਰੱਖਦਾ ਹੈ। ਹਰ ਨਾਮ ਮਨ ਵਸਾਵਣਿਆ। ਪ੍ਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਰੱਖਦਾ ਹੈ। ਹਉ ਵਾਰੀ ਜੀਓ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਖ ਹੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਕਹਿੰਦੇ ਹਉ ਵਾਰੀ ਜੀਓ ਵਾਰੀ, ਮੈਂ ਵਾਰਨੇ ਹਾਂ, ਕੁਰਬਾਨ ਹਾਂ, ਸਦਕੇ ਹਾਂ, ਬਲਿਹਾਰ ਹਾਂ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚੱਕ, ਜਿਹਨੇ ਪ੍ਰਮਾਤਮਾ ਦੇ ਨਾਮ ਰਸ ਨੂੰ ਚਖਿਆ ਹੈ, ਸਾਧ ਪਾਵਣਿਆ, ਤੇ ਉਹਦਾ ਸਵਾਦ, ਉਹਦਾ ਆਨੰਦ ਜਿਹੜਾ ਮਾਣਿਆ ਹੈ। ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦੇ ਤੋਂ ਵਾਰੀ ਹਾਂ, ਕੁਰਬਾਨ ਹਾਂ, ਬਲਿਹਾਰ ਹਾਂ, ਸਦਕੇ ਹਾਂ ਮੈਂ ਉਸ ਇਨਸਾਨ ਤੋਂ। ਫਿਰ ਰਹਾਉ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਕਹਿੰਦੇ ਹਰ ਰਸ ਚਾਖੇ ਸੇ ਜਨ ਨਿਰਮਲ। ਵਾਹਿਗੁਰੂ, ਹਰ ਰਸ ਚਾਖੇ ਸੇ ਜਨ ਨਿਰਮਲ। ਜਿਹੜੇ ਮਨੁੱਖ ਹਰੀ ਦੇ ਨਾਮ ਰਸ ਨੂੰ ਚੱਖਦੇ ਨੇ, ਸੇ ਜਨ ਨਿਰਮਲ, ਅਸਲ ਵਿੱਚ ਉਹੀ ਨਿਰਮਲ ਨੇ, ਪਵਿੱਤਰ ਨੇ। ਨਿਰਮਲ ਨਾਮ ਧਿਆਵਣਿਆ, ਉਹ ਆਪ ਵੀ ਨਿਰਮਲ ਪਵਿੱਤਰ ਬਣਦੇ ਨੇ ਤੇ ਉਸ ਨਿਰਮਲ ਵਾਹਿਗੁਰੂ ਪਵਿੱਤਰ ਦਾ ਨਾਮ ਵੀ ਉਹ ਆਪਣੀ ਜ਼ਿੰਦਗੀ ਦੇ ਅੰਦਰ, ਆਪਣੇ ਜੀਵਨ ਵਿੱਚ ਧਿਆਉਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਸੋ ਨਿਹ ਕਰਮੀ ਜੋ ਸ਼ਬਦ ਵਿਚਾਰ, ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਕਹਿੰਦੇ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਨਿਹ ਕਰਮੀ ਹੁੰਦਾ ਹੈ ਨਿਰਲੇਪ ਵਾਸਨਾ ਤੋਂ ਰਹਿਤ। ਕੌਣ ਹੈ ਨਿਹ ਕਰਮੀ? ਪਾਤਸ਼ਾਹ ਕਹਿੰਦੇ ਜੋ ਸ਼ਬਦ ਵਿਚਾਰੇ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਅਸਲ ਵਿੱਚ ਉਹ ਨਿਹ ਕਰਮੀ ਹੈ। ਨਿਹ ਕਰਮੀ ਫਿਰ ਜਿਹੜਾ ਨਿਰਲੇਪ ਹੈ, ਕੋਈ ਵਾਸਨਾ ਨਹੀਂ ਜਿਹਨੂੰ ਲੱਗਦੀ। ਅੰਤਰ ਤਤ ਗਿਆਨ ਹਉ ਮੈਂ ਮਾਰੇ, ਕਹਿੰਦੇ ਉਸ ਦੇ ਅੰਦਰ ਤਤ ਗਿਆਨ ਜਿਹੜਾ ਹੈ ਉਹ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਹਉ ਮੈਂ ਮਾਰੇ, ਤੇ ਇਹੋ ਜਿਹਾ ਇਨਸਾਨ ਜੀਵ ਆਪਣੇ ਅੰਦਰੋਂ ਹਉਮੈ ਵੀ ਮਾਰ ਲੈਂਦਾ ਹੈ। ਨਾਮ ਪਦਾਰਥ ਨੌ ਨਿਧ ਪਾਏ, ਫਿਰ ਉਹਨੂੰ ਕੀ ਮਿਲਦਾ ਹੈ? ਨਾਮ ਪਦਾਰਥ। ਨੌ ਨਿਧ ਕਹਿੰਦੇ ਨੇ 9 ਖਜ਼ਾਨੇ, 9 ਨਿਧੀਆਂ।
ਨੌ ਨਿਧੀਆਂ ਜਿਹੜੀਆਂ ਨੇ ਉਹਨੂੰ ਮਿਲ ਜਾਂਦੀਆਂ ਨੇ, ਨਾਮ ਦਾ ਪਦਾਰਥ ਉਹਨੂੰ ਮਿਲ ਜਾਂਦਾ ਹੈ। ਤ੍ਰੈ ਗੁਣ ਮੇਟ ਸਮਾ ਬਣਿਆ, ਉਹ ਆਪਣੇ ਅੰਦਰੋਂ ਤ੍ਰੈ ਗੁਣਾਂ ਨੂੰ, ਮਾਇਆ ਨੂੰ ਮੇਟ ਲੈਂਦਾ ਹੈ, ਖਤਮ ਕਰ ਲੈਂਦਾ ਹੈ, ਤੇ ਸਮਾ ਬਣਿਆ ਉਸ ਪਰਮਾਤਮਾ ਦੇ ਅੰਦਰ ਸਮਾ ਜਾਂਦਾ ਹੈ। ਫਿਰ ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉ ਮੈਂ ਖੋਵੈ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਕਹਿੰਦੇ ਹਉਮੈ ਕਰੈ ਨਿਹ ਕਰਮੀ ਨਾ ਹੋਵੈ। ਸੱਚੇ ਪਾਤਸ਼ਾਹ ਕਹਿੰਦੇ ਉਹ ਇਨਸਾਨ ਹਉਮੈ ਕਰੇ, ਜਿਹੜਾ ਮੈਂ ਕਰਦਾ ਹੈ, ਜਿਹਦੇ ਅੰਦਰ ਹਉਮੈ ਹੈ, ਨਿਹ ਕਰਮੀ ਨਾ ਹੋਵੈ। ਕਹਿੰਦੇ ਉਹ ਵਾਸਨਾ ਤੋਂ ਰਹਿਤ ਨਹੀਂ ਹੋ ਸਕਦਾ। ਪਹਿਲੋਂ ਉਹਦਾ ਜ਼ਿਕਰ ਹੈ ਜਿਹਨੇ ਜਿਹੜਾ ਵਾਸਨਾ ਤੋਂ ਰਹਿਤ ਹੋ ਗਿਆ, ਨਿਹ ਕਰਮੀ ਹੋ ਗਿਆ। ਕਿਹਾ ਨਾ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਉਹ ਹੈ। ਫਿਰ ਅੱਗੇ ਕਹਿ ਦਿੱਤਾ ਹਉਮੈ ਕਰੈ, ਜਿਹਨੇ ਹਉਮੈ ਆਪਣੇ ਅੰਦਰ ਰੱਖ ਲਈ, ਮੈਂ ਮੇਰੀ ਕਰਦਾ, ਉਹ ਕਦੇ ਨਿਹ ਕਰਮੀ ਨਹੀਂ ਹੋ ਸਕਦਾ, ਉਹ ਵਾਸਨਾ ਤੋਂ ਰਹਿਤ ਨਹੀਂ ਹੋ ਸਕਦਾ। ਗੁਰ ਪ੍ਰਸਾਦੀ ਹਉਮੈ ਖੋਵੈ। ਅਸਲ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਹੀ ਅੰਦਰਲੀ ਹਉਮੈ ਜਿਹੜੀ ਉਹਦਾ ਨਾਸ਼ ਹੋ ਸਕਦਾ ਹੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਜਿਹੜਾ ਮਨੁੱਖ ਹਉਮੈ ਨੂੰ ਦੂਰ ਕਰਦਾ ਹੈ, ਕਹਿੰਦੇ ਉਸਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹੋ ਜਾਂਦੀ ਹੈ। ਸਦਾ ਆਪ ਆਪਣੇ ਆਪ ਨੂੰ ਵਿਚਾਰਦਾ ਹੈ, ਫਿਰ ਆਪਣੇ ਆਪ ਨੂੰ, ਉਹਦੇ ਅੰਦਰ ਵਿਵੇਕ ਵਸ ਜਾਂਦਾ ਹੈ। ਗੁਰ ਸ਼ਬਦੀ ਗੁਣ ਗਾਵਣਿਆ, ਕਹਿੰਦੇ ਉਹ ਸਦਾ ਆਪਣੇ ਆਤਮਿਕ ਜੀਵਨ ਨੂੰ ਫਿਰ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਫਿਰ ਪ੍ਰਮਾਤਮਾ ਦੇ ਗੁਣਾਂ ਨੂੰ ਸਦਾ ਗਾਉਂਦਾ ਰਹਿੰਦਾ ਹੈ। ਅੱਗੇ ਮੇਰੇ ਪਾਤਸ਼ਾਹ ਨੇ ਆਖਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗਹਿ ਨਿਤ ਗੁਰਮੁਖ ਹੋਈ, ਇਸਨਾਨ ਕਰਹਿ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਕਹਿੰਦੇ ਹਰ ਸਰ ਸਾਗਰ ਨਿਰਮਲ ਸੋਈ, ਉਹ ਪ੍ਰਮਾਤਮਾ ਹੀ ਹਰ ਸਰ ਹੈ। ਹਰ ਸਰ ਹੈ, ਸਰ ਸਰੋਵਰ, ਸਾਗਰ ਸਮੁੰਦਰ। ਉਹ ਪ੍ਰਮਾਤਮਾ ਆਪ ਹੀ ਮਾਨ ਸਰੋਵਰ ਹੈ, ਆਪ ਹੀ ਸਮੁੰਦਰ ਹੈ, ਤੀਰਥ ਹੈ, ਨਿਰਮਲ ਸੋਈ, ਤੇ ਉਹ ਨਿਰਮਲ ਆਪ ਹੀ ਹੈ। ਉਹਦੇ ਵਰਗਾ ਕੋਈ ਨਿਰਮਲ ਨਹੀਂ ਹੈ, ਪਵਿੱਤਰ ਨਹੀਂ ਹੈ। ਸੰਤ ਚੁਗਹਿ ਨਿਤ ਗੁਰਮੁਖ ਹੋਈ। ਸੱਚੇ ਪਾਤਸ਼ਾਹ ਕਹਿੰਦੇ ਸੰਤ ਚੁਗਹਿ ਨਿਤ ਗੁਰਮੁਖ ਹੋਈ। ਸੰਤ ਚੁਗਹਿ, ਜਿਹੜੇ ਸੰਤ ਜਨ ਨੇ ਉਹ ਗੁਰੂ ਦੀ ਸ਼ਰਨ ਪੈ ਕੇ ਨਾ, ਵੇਖੋ ਪਹਿਲਾ ਜਿਹੜਾ ਸ਼ਬਦ ਹੈ ਨਾ, ਪਹਿਲੀ ਪੰਕਤੀ ਉਹਦੇ ਚ ਹੈ ਹਰ ਸਰ, ਸਰ ਮਾਨ ਸਰੋਵਰ, ਸਰ ਅੱਗੇ ਸਾਗਰ ਸਮੁੰਦਰ। ਫਿਰ ਮਾਨ ਸਰੋਵਰ ਤੇ ਹੰਸ ਜਿਹੜੇ ਨੇ ਉਹ ਮੋਤੀ ਚੁੱਕਦੇ ਨੇ ਜਾ ਕੇ ਮਾਨ ਸਰੋਵਰ ਤੇ। ਇੱਥੇ ਕਿਹਾ ਮਾਨ ਸਰੋਵਰ ਕੌਣ ਹੈ? ਪਰਮਾਤਮਾ ਹਰ ਸਰ ਹੈ। ਅਗਲੀ ਪੰਕਤੀ ਵਿੱਚ ਆਖਿਆ ਵੀ ਸੰਤ ਚੁਗਿਆ, ਉੱਥੇ ਮਾਨ ਸਰੋਵਰ ਮੋਤੀ ਚੁੱਕਦੇ ਨੇ ਵਾਹਿਗੁਰੂ, ਉੱਥੇ ਹੰਸ ਮਾਨ ਸਰੋਵਰ ਚੋਂ ਮੋਤੀ ਚੁੱਕਦੇ ਨੇ। ਇੱਥੇ ਕਹਿੰਦੇ ਪਰਮਾਤਮਾ ਰੂਪੀ ਮਾਨ ਸਰੋਵਰ ਦੇ ਵਿੱਚੋਂ ਸੰਤ ਚੁਗੈ। ਸੰਤ ਜਨ ਜਿਹੜੇ ਨੇ ਉਹ ਗੁਰੂ ਦੀ ਸ਼ਰਨ ਪੈ ਕੇ ਨਿਤ ਗੁਰਮੁਖ ਹੋਏ, ਗੁਰਮੁਖ ਹੋ ਕੇ ਗੁਰੂ ਦੀ ਸ਼ਰਨ ਪੈ ਕੇ ਨਿਤ ਉਹਦੇ ਵਿੱਚੋਂ ਨਾਮ ਦਾ ਖਜ਼ਾਨਾ ਜਿਹੜਾ ਚੁਣਦੇ ਨੇ, ਨਾਮ ਰੂਪੀ ਮੋਤੀ ਸੰਤ ਜਨ ਚੁਗਦੇ ਰਹਿੰਦੇ ਨੇ। ਇਸ਼ਨਾਨ ਕਰਹਿ ਸਦਾ ਦਿਨ ਰਾਤੀ, ਉਹ ਫਿਰ ਸਦਾ ਦਿਨ ਰਾਤ ਉਸ ਪਰਮਾਤਮਾ ਰੂਪੀ ਸਰ ਦੇ ਅੰਦਰ, ਉਸ ਪਰਮਾਤਮਾ ਰੂਪੀ ਸਾਗਰ ਦੇ ਅੰਦਰ ਸਦਾ ਇਸ਼ਨਾਨ ਕਰਦੇ ਨੇ। ਹਉਮੈ ਮੈਲ ਚੁਕਾਵਣਿਆ, ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਆਪਣੀ ਹਉਮੈ ਦੀ ਜਿਹੜੀ ਮੈਲ ਹੈ ਨਾ ਉਹ ਖਤਮ ਕਰ ਦਿੰਦੇ ਨੇ, ਖਤਮ ਹੋ ਜਾਂਦੀ ਹਮੇਸ਼ਾ। ਅੱਗੇ ਮੇਰੇ ਪਾਤਸ਼ਾਹ ਨੇ ਆਖਿਆ, ਕਹਿੰਦੇ ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ, ਐਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਕਹਿੰਦੇ ਨਿਰਮਲ ਹੰਸਾ ਪ੍ਰੇਮ ਪਿਆਰ। ਨਿਰਮਲ ਹੰਸਾ, ਹੰਸਾ ਦਾ ਅਰਥ ਹੈ ਜੀਵਾਤਮਾ, ਪ੍ਰੇਮ ਪਿਆਰ। ਅਸਲ ਵਿੱਚ ਉਹ ਮਨੁੱਖੀ ਮਨੋਂ ਸਾਫ ਸੁਥਰਾ ਹੰਸ ਹੈ, ਪ੍ਰੇਮ ਪਿਆਰ, ਜਿਹੜਾ ਪ੍ਰਭੂ ਦੇ ਪ੍ਰੇਮ ਪਿਆਰ ਵਿੱਚ ਟਿਕਿਆ ਰਹਿੰਦਾ ਹੈ। ਕੌਣ ਹੈ ਨਿਰਮਲ? ਕੌਣ ਹੈ ਹੰਸ? ਜਿਹੜਾ ਉਹਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਹੈ। ਹਰ ਸਰ ਵਸੈ ਹਉਮੈ ਮਾਰ, ਉਹ ਹਰ ਸਰ ਦੇ ਅੰਦਰ ਹਰ ਰੂਪੀ ਸਰੋਵਰ ਵਿੱਚ ਵੱਸਦਾ ਹੈ। ਕਿਵੇਂ? ਆਪਣੀ ਹਉਮੈ ਨੂੰ ਮਾਰ ਕੇ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ, ਉਹ ਹਰੀ ਰੂਪੀ ਸਰੋਵਰ ਦੇ ਅੰਦਰ, ਪਰਮਾਤਮਾ ਰੂਪੀ ਸਰੋਵਰ ਵਿੱਚ ਵੱਸ ਜਾਂਦਾ ਹੈ। ਅਹਨਿਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਕਹਿੰਦੇ ਅਹਨਿਸ ਪ੍ਰੀਤ, ਅਹਨਿਸ ਦਿਨ ਰਾਤ ਹਰ ਵੇਲੇ, ਇਹ ਕਹਿੰਦੇ ਨੇ ਦਿਨ ਨੂੰ, ਨਿਸ ਦਾ ਅਰਥ ਹੈ ਰਾਤ, ਉਹਦੇ ਅੰਦਰ ਪਰਮਾਤਮਾ ਦੀ ਪ੍ਰੀਤ ਬਣੀ ਰਹਿੰਦੀ ਹੈ। ਤੇ ਪ੍ਰੀਤ ਜਿਹੜੀ ਸ਼ਬਦ ਦੀ ਰਾਹੀਂ ਬਣਦੀ ਹੈ, ਉਸ ਤੋਂ ਬਿਨਾਂ ਨਹੀਂ। ਤੇ ਫਿਰ ਕੀ ਹੁੰਦਾ ਹੈ, ਉਹ ਸੱਚੇ ਦੀ ਪ੍ਰੀਤ ਬਣਦੀ ਹੈ। ਹਰ ਸਰ ਵਾਸਾ ਪਾਵਣਿਆ, ਉਹ ਫਿਰ ਹਰ ਸਰ ਦੇ ਵਿੱਚ, ਹਰੀ ਰੂਪੀ ਸਰੋਵਰ ਦੇ ਵਿੱਚ
पातशाह कहते सदा दे वास्ते उहदा जिहड़ा वासा है ना, उहदा जिहड़ा टिकाणा है वो फिर हो जाता है। अगे पातशाह कहते मनमुख सदा बग मैला हौ मैं मल लाई, इशनान करे पर मैल न जाई, जीवत मरै गुर शब्द विचारै, हौ मैं मैल चुका वणिया। कहते मनमुख सदा बग मैला, मनमुख जिहड़ा है ना वो बगले वर्गा है। बग कहते ने बगला, बगला बग डड्डा भालन जावे, हंसा हीरा मोती चुगना, बग डड्डा भालन जावे, बग बगला। मनमुख सदा बग, मनमुख इंसान हमेशा बगले वर्गा है, पखंडी है, वो मैला है क्योंकि मैले दा अर्थ ही पखंडी है। हौमै मन लाई, ਉਹਦੇ अंदर हमेशा हौमै ਦੀ मैल ਜਿਹੜੀ ਉਹ ਲੱਗੀ ਰਹਿੰਦੀ ਹੈ। ਇਸ਼ਨਾਨ ਕਰੇ ਪਰ मैल ना जाई, ਉਹ ਤੀਰਥਾਂ ਵਗੈਰਾ ਤੇ ਬੜੇ ਇਸ਼ਨਾਨ ਕਰਦਾ ਹੈ, ਬਹੁਤ ਵਿਖਾਵਾ ਕਰਦਾ ਹੈ, ਪਰ ਉਹਦੇ ਅੰਦਰਲੀ ਜਿਹੜੀ ਮੈਲ ਹੈ ਨਾ, ਗੁਰੂ ਸਾਹਿਬ ਕਹਿੰਦੇ ਵੀ ਉਹ ਨਹੀਂ ਜਾਂਦੀ। ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾ ਬਣਿਆ। ਜੀਵਤ ਮਰੈ, ਜਿਹੜਾ ਇਨਸਾਨ ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਆਪਣੇ ਭਾਵ ਵੱਲੋਂ ਮਰਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ, ਅਸਲ ਵਿੱਚ ਉਹਦੇ ਅੰਦਰਲੀ ਹਉਮੈ ਦੀ ਮੈਲ ਜਿਹੜੀ ਉਹ ਚੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹੀ ਆਪਣੇ ਅੰਦਰਲੀ ਮੈਲ ਜਿਹੜੀ ਉਹਨੂੰ ਖਤਮ ਕਰਦਾ ਹੈ। ਰਤਨ ਪਦਾਰਥ ਘਰ ਤੇ ਪਾਇਆ, ਪੂਰੈ ਸਤਿਗੁਰ ਸ਼ਬਦ ਸੁਨਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ। ਕਹਿੰਦੇ ਰਤਨ ਪਦਾਰਥ ਘਰ ਤੇ ਪਾਇਆ, ਉਸਨੇ, ਉਸ ਜੀਵ ਨੇ ਪਰਮਾਤਮਾ ਦਾ ਨਾਮ ਰੂਪੀ ਰਤਨ ਪਦਾਰਥ ਆਪਣੇ ਹਿਰਦੇ ਵਿੱਚੋਂ ਹੀ ਲੱਭ ਲਿਆ, ਘਰ ਤੇ ਪਾਇਆ ਹੈ। ਪੂਰਾ ਸਤਿਗੁਰ ਸ਼ਬਦ ਸੁਨਾਇਆ, ਕਿਸ ਇਨਸਾਨ ਨੇ? ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ, ਉਹਨੂੰ ਨਾਮ ਪਦਾਰਥ ਹਿਰਦੇ ਵਿੱਚੋਂ ਹੀ ਲੱਭ ਗਿਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਅੰਦਰੋਂ ਜਿਹੜਾ ਹਨੇਰਾ ਸੀ ਉਹ ਮਿਟ ਗਿਆ। ਘਟ ਚਾਨਣ ਆਪ ਪਛਾਨਣਿਆ, ਉਹਦੇ ਹਿਰਦੇ ਵਿੱਚ ਹਮੇਸ਼ਾ ਦੇ ਵਾਸਤੇ ਚਾਨਣ ਹੋ ਗਿਆ। ਉਸਨੇ ਆਤਮਿਕ ਜੀਵਨ ਨੂੰ, ਇਸ ਚਾਨਣ ਨੂੰ ਪਛਾਣ ਲਿਆ, ਲੱਭ ਲਿਆ। ਫਿਰ ਪਾਤਸ਼ਾਹ ਕਹਿੰਦੇ ਆਪ ਉਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ, ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਆਪ ਉਪਾਏ ਤੈ ਆਪੇ ਵੇਖੈ, ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਵੇਖੈ, ਆਪ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਸਤਿਗੁਰ ਸੇਵੈ ਸੋ ਜਨ ਲੇਖੈ, ਤੇ ਜਿਹੜੇ ਗੁਰੂ ਨੂੰ ਸੇਵਦੇ ਨੇ, ਗੁਰੂ ਦਾ ਆਸਰਾ ਲੈਂਦੇ ਨੇ, ਉਹ ਲੇਖੇ ਲੱਗ ਜਾਂਦੇ ਨੇ, ਉਹੀ ਲੇਖੇ ਵਿੱਚ ਨੇ, ਕਬੂਲ ਨੇ, ਪ੍ਰਵਾਨ ਨੇ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਅਸਲ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਨਾ, ਘਟ ਦੇ ਅੰਦਰ, ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਸ ਪ੍ਰਮਾਤਮਾ ਨੂੰ ਪਾ ਬਣਿਆ, ਉਹਨੂੰ ਪਾ ਲੈਂਦੇ ਨੇ, ਉਹਦਾ ਮਿਲਾਪ ਹਾਸਲ ਕਰ ਲੈਂਦੇ ਹਨ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸਹਿ ਮੋਹਿ ਮਾਇਆ, ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੈ ਪਦ ਲਿਵ ਲਾਵਣਿਆ। ਮਾਝ ਇਸ ਰਾਗ ਦਾ ਨਾਮ ਹੈ। ਮਹੱਲਾ ਤੀਜਾ, ਭਾਵ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਜਗਤ ਸਬਾਇਆ। ਅਸਲ ਵਿੱਚ ਮਾਇਆ ਦਾ ਮੋਹ ਜਿਹੜਾ ਹੈ ਨਾ, ਉਹ ਸਾਰੇ ਜਗਤ ਵਿੱਚ ਫੈਲਿਆ ਹੋਇਆ ਹੈ। ਤ੍ਰੈ ਗੁਣ ਦੀਸਹਿ ਮੋਹਿ ਮਾਇਆ, ਸਾਰੇ ਜੀਵ ਜਿਹੜੇ ਨੇ ਉਹ ਤਿੰਨ ਗੁਣੀ ਮਾਇਆ ਦੇ ਪ੍ਰਭਾਵ ਦੇ ਹੇਠ, ਉਹਦੇ ਮਾਇਆ ਦੇ ਮੋਹ ਵਿੱਚ ਹੀ ਫਸੇ ਹੋਏ ਹਨ। ਗੁਰ ਪ੍ਰਸਾਦੀ ਕੋ ਵਿਰਲਾ ਬੁੱਝੈ, ਕਹਿੰਦੇ ਕੋਈ ਵਿਰਲਾ ਹੀ ਹੈ ਜਿਹਨੂੰ ਗੁਰੂ ਦੀ ਕਿਰਪਾ ਮਿਲਦੀ ਹੈ ਤੇ ਉਹ ਇਹਨੂੰ ਬੁੱਝਦਾ, ਇਹਨੂੰ ਸਮਝ ਲੈਂਦਾ ਇਸ ਗੱਲ ਨੂੰ। ਚੌਥੈ ਪਦ ਲਿਵ ਲਾਵਣਿਆ, ਤੇ ਉਹ ਫਿਰ ਜਿਹੜਾ ਹੈ ਚੌਥੇ ਪਦ ਦੇ ਅੰਦਰ ਟਿਕ ਕੇ ਇਹਦੇ ਤੋਂ ਉਹਦੀ ਲਿਵ ਜਿਹੜੀ ਪ੍ਰਮਾਤਮਾ ਦੇ ਵਿੱਚ ਲੱਗ ਜਾਂਦੀ ਹੈ। ਚੌਥੀ ਅਵਸਥਾ, ਚੌਥਾ ਪਦ ਉਹ ਆਤਮਿਕ ਅਵਸਥਾ ਜਿਹੜੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੈ। ਫਿਰ ਉਹਦੀ ਲਿਵ ਪ੍ਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਕਹਿੰਦੇ ਹਮ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ, ਹਰ ਦਰ ਮਹਿਲੀ ਸ਼ੋਭਾ ਪਾਵਣਿਆ। ਹਮ ਵਾਰੀ ਜੀਓ ਵਾਰੀ, ਮੈਂ ਉਹਨਾਂ ਤੋਂ ਵਾਰੀ ਹਾਂ, ਕੁਰਬਾਨ ਹਾਂ, ਸਦਕੇ ਹਾਂ, ਬਲਿਹਾਰ ਹਾਂ। ਕਿਹਨਾਂ ਤੋਂ? ਮਾਇਆ ਮੋਹ ਸ਼ਬਦ ਜਲਾਵਣਿਆ, ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਤੇ ਮੋਹ ਜਿਹੜਾ ਹੈ, ਮਾਇਆ ਦਾ ਮੋਹ ਨੂੰ ਜਲਾ ਦਿੰਦੇ ਨੇ, ਸਾੜ ਦਿੰਦੇ ਨੇ ਆਪਣੇ ਅੰਦਰੋਂ। ਕਹਿੰਦੇ ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ, ਜਿਹੜੇ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦੇ ਨੇ, ਸੋ ਹਰਿ ਸਿਉ ਚਿਤ ਲਾਏ, ਉਹ ਹਰੀ ਪ੍ਰਮਾਤਮਾ ਨਾਲ ਚਿੱਤ ਲਾਉਂਦੇ ਨੇ,
हर दर महली शोभा पावणिया। वो परमात्मा के दर ते उहदे महलां ते उहदी हजूरी विच शोभा पाउंदे ने, इज्जत पाउंदे ने, जिहड़े माया दे मोह नूं अपने अंदरों साड़ दिंदे हन। फिर बादशाह कहंदे देवी देवा मूल है माया, सिमरित सास्त जिन उपाया, काम क्रोध पसरिया संसारे, आए जाए दुख पावणिया। कहंदे देवी देवा मूल है माया, देवी देवा देवते ते देवियां जिन्नियां भी ਹਨ मूल है माया। असल विच इन्हां दे सारियां दा मूल की है? माया है। इन्हां सारियां दा मूल माया है, इन्हां दे रचे जाण दा कारण ही माया है। सिमरित सा सिमरित, ये थोड़ा जिहा ध्यान नाल, असल विच असीं कह दिंदे ना सिमरतियां, ते ਇਹਦੇ ਦੀ ਸ਼ਬਦ ਜਿਹੜਾ ਨਾ ਹੈ ਸਿਮਰਿਤ ਹੈ। ਸਿਮਰਿਤ ਭਾਵ ਸਿਮਰਤੀਆਂ, ਸਿਮਰਿਤ ਸੱਸੇ ਨੂੰ ਸਿਹਾਰੀਏ, ਮੰਮੇ ਨੂੰ ਵੀ ਸਿਹਾਰੀਏ, ਤੱਤੇ ਨੂੰ ਵੀ ਸਿਹਾਰੀਏ। ਧਿਆਨ ਨਾਲ ਵੇਖੋ, ਸਿਮਰਿਤ ਸਿਮਰਤੀਆਂ, शास्त्र शास्त्र जिन उपाया, जिस माया ने, इस माया ने ही सिमरतियां शास्त्र पैदा किए, सब कुछ इन्हें बनाया है, इसे माया ने। काम क्रोध पसरिया संसारे, आए जाए दुख पावणिया। कहते काम क्रोध पसरिया संसारे, सारे संसार विच काम ते क्रोध पसरिया पिया है, ते उसे काम ते क्रोध के कारण मेरे पातशाह जी कहते आए जाए दुख पावणिया। जीव आउंदा है ਜਾਂਦਾ है ते हमेशा ही आउंदा जांदा भाव जमदा है मरदा है ते दुख ही पाउंदा है। कहते तिस विच ज्ञान रतन इक पाया, गुर प्रसादी मन वसाया, जत सत संजम सच कमावै, जत सत संजम सच कमावै, गुर पूरै नाम ध्यावणिया। तिस विच ज्ञान रतन इक पाया। ਕਹਿੰਦੇ ਇਸ ਜਗਤ ਵਿੱਚ ਹੀ ਇੱਕ ਰਤਨ ਹੈ, ਉਹ ਹੈ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਣਾ। ਇਸ ਵਿੱਚ ਗਿਆਨ ਰਤਨ ਇੱਕ ਪਾਇਆ। ਇਹ ਰਤਨ ਹੈ ਪਰਮਾਤਮਾ ਨਾਲ ਇਸ ਕਥਿਤ ਜਗਤ ਅੰਦਰ ਬ੍ਰਹਮ ਗਿਆਤ ਦਾ ਇੱਕ ਜਵੇਹਰ ਰੱਖਿਆ ਗਿਆ ਹੈ। ਪਰਮਾਤਮਾ ਨਾਲ ਸਾਂਝ ਪਾਉਣ ਇੱਕ ਰਤਨ ਹੈ। ਇਹ ਕਿਵੇਂ ਹੈ? ਗੁਰ ਪ੍ਰਸਾਦੀ ਮਨ ਵਸਾਇਆ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਇਹ ਰਤਨ ਮਿਲਦਾ ਹੈ ਤੇ ਪਰਮਾਤਮਾ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜਤ ਸਤ ਸੰਜਮ ਸੱਚ ਕਮਾਵੈ, ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਹ ਮਾਨੋ ਜਤ ਸਤ ਕਮਾ ਰਿਹਾ ਹੈ, ਸੰਜਮ ਕਮਾ ਰਿਹਾ ਹੈ, ਗੁਰ ਪੂਰਾ ਨਾਮ ਧਿਆਵਣਿਆ, ਤੇ ਪੂਰੇ ਗੁਰੂ ਦੀ ਰਾਹੀਂ ਹੀ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹਨੂੰ ਧਿਆਉਂਦਾ ਹੈ। ਪੇਯੜੈ ਤਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪਛੋਤਾਣੀ, ਹਲਤ ਪਲਤ ਦੋਐ ਗਵਾਏ, ਸੁਪਨੈ ਸੁਖ ਨਾ ਪਾਵਣਿਆ। ਕਹਿੰਦੇ ਪੇਯੜੈ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਪੇਵਕੜੈ ਸਾਹੁਰੜੈ। ਪੇਯੜੈ ਭਾਵ ਇਹ ਲੋਕ ਜਿਹੜਾ ਹੈ ਧਨ ਜੀਵ ਇਸਤਰੀ, ਧਨ ਦਾ ਅਰਥ ਜੀਵ ਇਸਤਰੀ ਹੈ। ਜਿਹੜੀ ਜੀਵ ਇਸਤਰੀ ਇੱਥੇ ਪੇਕਿਆਂ ਦੇ ਘਰ ਇਸ ਲੋਕ ਵਿੱਚ ਮਾਇਆ ਦੇ ਭਰਮ ਵਿੱਚ ਹੀ ਭੁੱਲੀ ਹੈ, ਦੂਜਾ ਲੱਗੀ, ਦੂਜੇ ਮਾਇਆ ਦੇ ਪ੍ਰਭਾਵ ਵਿੱਚ ਹੀ ਲੱਗੀ ਹੈ, ਫਿਰ ਪਛਤਾਣੀ, ਤੇ ਅਖੀਰ ਨੂੰ ਫਿਰ ਉਹ ਪਛਤਾਉਂਦੀ ਹੈ, ਉਹਨੂੰ ਕੁਝ ਮਿਲਦਾ ਨਹੀਂ, ਫਿਰ ਉਹ ਪਛਤਾਉਂਦੀ ਹੈ। ਹਲਤ ਪਲਤ ਦੋਵੇਂ ਗਵਾਏ, ਉਹਨੇ ਹਲਤ ਪਲਤ ਲੋਕ ਪਰਲੋਕ ਦੋਵੇਂ ਗਵਾ ਲਏ। ਸੁਪਨੈ ਸੁੱਖ ਨਾ ਪਾਵਣਿਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨੂੰ ਤਾਂ ਸੁਪਨੇ ਦੇ ਅੰਦਰ ਵੀ ਸੁੱਖ ਨਹੀਂ ਮਿਲਦਾ, ਅਧਿਆਤਮਕ ਸੁੱਖ ਸੁਪਨੇ ਵਿੱਚ ਵੀ ਨਹੀਂ ਮਿਲਦਾ। ਪੇਯੜੈ ਧਨ ਕੰਤ ਸਮਾਲੇ, ਗੁਰ ਪ੍ਰਸਾਦੀ ਵੇਖੈ ਨਾਲੇ, ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸਿੰਗਾਰ ਬਣਾਵਣਿਆ। ਕਹਿੰਦੇ ਇੱਕ ਪਾਸੇ ਉਹ ਹੈ ਜਿਹੜੀ ਪੇਯੜੈ ਧਨ ਭਰਮ ਭੁਲਾਣੀ ਹੈ ਪਿਛਲੀ ਪੰਕਤੀ ਵਿੱਚ, ਇੱਕ ਇਹ ਹੈ ਪੇਯੜੈ ਧਨ ਕੰਤ ਸੰਭਾਲੇ। ਉਹ ਜੀਵ ਇਸਤਰੀ ਜਿਹਨੇ ਇਸ ਲੋਕ ਦੇ ਅੰਦਰ ਆਪਣੇ ਉਸ ਕੰਤ ਨੂੰ ਸੰਭਾਲ ਲਿਆ, ਸੰਭਾਲ ਲਿਆ ਭਾਵ ਹਿਰਦੇ ਵਿੱਚ ਵਸਾ ਲਿਆ। ਗੁਰ ਪ੍ਰਸਾਦੀ ਵੇਖੈ ਨਾਲੇ, ਗੁਰੂ ਦੀ ਕਿਰਪਾ ਦੇ ਨਾਲ ਵੇਖੈ ਨਾਲੇ, ਉਹ ਫਿਰ ਉਸ ਪਰਮਾਤਮਾ ਨੂੰ ਆਪਣੇ ਨਾਲ ਹਮੇਸ਼ਾ ਆਪਣੇ ਅੰਗ ਸੰਗ ਹੀ ਦੇਖਦੀ ਹੋ। ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾਵਣਿਆ। ਫਿਰ ਕੈ ਸਹਿਜ ਰਹਿ ਰੰਗ ਰਾਤੀ, ਉਹ ਫਿਰ ਸਹਿਜ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਦਾ ਫਿਰ ਦੇ ਪਰਮਾਤਮਾ ਦੇ ਰਾਮ ਰੰਗ ਵਿੱਚ ਰੰਗੀ ਰਹਿੰਦੀ ਹੈ। ਸ਼ਬਦ ਸ਼ਿੰਗਾਰ ਬਣਾ ਬਣਿਆ, ਤੇ ਸ਼ਬਦ ਨੂੰ ਉਹਨੇ ਆਪਣਾ ਸ਼ਿੰਗਾਰ ਬਣਾ ਲਿਆ। ਵੇਖੋ ਗੁਰੂ ਦੇ ਸ਼ਬਦ ਨੂੰ, ਪਰਮਾਤਮਾ ਦੇ ਨਾਮ ਨੂੰ ਉਹ ਆਪਣਾ ਸ਼ਿੰਗਾਰ ਬਣਾ ਲੈਂਦੀ ਹੈ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ, ਏਕੋ ਰਵ ਰਹਿਆ ਘਟ ਅੰਤਰ,
मिल सत संगत हर गुण गावणिया। सफल जन्म जिन्हां सतगुर पाया। जिन्हां नूं पूरा गुरु मिल गया ते समझ लो उन्हां दा जन्म जिहड़ा ਉਹ सफल हो गया। दूजा भाव जिहड़ा है ना, दूजा भाव गुर शब्द चलाया। गुरु दे शब्द दी राही ਉਹਨਾਂ ਨੇ ਆਪਣੇ ਮਨ ਦੇ ਅੰਦਰੋਂ ਜਿਹੜਾ ਦੂਜਾ ਭਾਵ ਹੈ ਨਾ, ਉਹ ਸਦਾ ਦੇ ਵਾਸਤੇ ਜਲਾ ਦਿੱਤਾ, ਸਾੜ ਦਿੱਤਾ, ਖਤਮ ਕਰ ਦਿੱਤਾ। ਕੀ ਹੋਇਆ ਫਿਰ? ਇੱਕੋ ਰਵ ਰਹਿਆ ਘਟ ਅੰਤਰ। ਇੱਕੋ ਰਵ ਰਹਿਆ, ਇੱਕੋ ਪ੍ਰਮਾਤਮਾ ਇਸ ਘਟ, ਇਸ ਹਿਰਦੇ ਦੇ ਅੰਦਰ ਰਵਿਆ ਰਿਹਾ, ਰਮ ਗਿਆ, ਮਿਲ ਗਿਆ। ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਉਹ ਜੀਵ ਇਸਤਰੀ ਫਿਰ ਸਤ ਸੰਗਤ ਦੇ ਅੰਦਰ ਮਿਲ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਹੈ, ਉਹ ਜੀਵ ਇਸਤਰੀ। ਫਿਰ ਪਾਤਸ਼ਾਹ ਕਹਿੰਦੇ ਸਤਿਗੁਰ ਨਾ ਸੇਵੈ ਸੋ ਕਾਹੇ ਆਇਆ। ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨ ਮੁਖ ਨਾਮ ਚਿਤ ਨ ਆਵੈ। ਬਿਨ ਨਾਵੈ ਬਹੁ ਦੁਖ ਪਾਵਣਿਆ। ਵੇਖੋ ਪਿਛਲੀ ਪੰਕਤੀ ਵਿੱਚ ਆਖਿਆ ਸੀ ਕਿ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ। ਇੱਥੇ ਆਖਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਜਿਹਨੇ ਗੁਰੂ ਨਹੀਂ ਸੇਵਿਆ, ਗੁਰੂ ਨਹੀਂ ਸਿਮਰਿਆ, ਉਹ ਆਇਆ ਹੀ ਕਿਸ ਵਾਸਤੇ? ਉਹਨੇ ਜਨਮ ਹੀ ਕਿਸ ਵਾਸਤੇ ਲਿਆ? ਉਹ ਕਿਉਂ ਇਸ ਸੰਸਾਰ ਵਿੱਚ ਆਇਆ ਹੈ? ਤ੍ਰਿਗ ਜੀਵਨ, ਮੇਰੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ, ਉਹਦਾ ਜਨਮ ਤ੍ਰਿਕਾਰ ਦੇ ਯੋਗ ਹੈ, ਫਿਟਕਾਰ ਦੇ ਯੋਗ ਹੈ। ਬਿਰਥਾ ਜਨਮ ਗਵਾਇਆ, ਉਹਨੇ ਆਪਣਾ ਜੀਵਨ ਜਿਹੜਾ ਉਹ ਵਿਅਰਥ ਗਵਾ ਲਿਆ ਹੈ। ਮਨਮੁਖ ਨਾਮ ਚਿਤ ਨ ਆਵੈ। ਮਨਮੁਖ, ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਨੂੰ ਕਦੇ ਪ੍ਰਮਾਤਮਾ ਦਾ ਨਾਮ ਚਿਤ ਨਹੀਂ ਹੁੰਦਾ। ਕਦੇ ਉਹਦੇ ਚਿੱਤ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਦਾ ਵੀ ਨਹੀਂ। ਤੇ ਬਿਨ ਨਾਵੈ ਬਹੁਤ ਦੁੱਖ ਪਾਵਣਿਆ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਬੜੇ ਦੁੱਖ ਭੋਗਦਾ ਹੈ ਆਪਣੇ ਜੀਵਨ ਦੇ ਅੰਦਰ, ਬਹੁਤ। ਫਿਰ ਪਾਤਸ਼ਾਹ ਕਹਿੰਦੇ ਜਿਨ ਸਿਸ਼ਟ ਸਾਜੀ ਸੋਈ ਜਾਣੈ। ਆਪੇ ਮੇਲਾ ਸ਼ਬਦ ਪਛਾਣੈ। ਨਾਨਕ ਨਾਮ ਮਿਲਿਆ ਤਿਨ ਜਨ ਕਉ। ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਜਿਨ ਸਿਸ਼ਟ ਸਾਜੀ ਸੋਈ ਜਾਣੈ। ਪਾਤਸ਼ਾਹ ਕਹਿੰਦੇ ਭਾਈ, ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਨਾ, ਬਣਾਇਆ ਹੈ, ਉਹੀ ਜਾਣਦਾ ਹੈ ਸਭ ਕੁਛ। ਉਹਨੇ ਕਿੱਥੇ ਮਾਇਆ ਫੈਲਾਈ ਹੈ, ਕਿੱਥੇ ਕੀ ਕੀਤਾ ਹੈ, ਉਹੀ ਜਾਣਦਾ ਹੈ। ਆਪੇ ਮੇਲਾ ਸ਼ਬਦ ਪਛਾਣ ਹੈ। ਅਸਲ ਵਿੱਚ ਸ਼ਬਦ ਦੀ ਰਾਹੀਂ ਜਿਨ੍ਹਾਂ ਨੂੰ ਪਛਾਣ ਆ ਜਾਂਦੀ ਹੈ ਨਾ, ਫਿਰ ਉਹਨਾਂ ਨੂੰ ਪ੍ਰਮਾਤਮਾ ਆਪ ਮੇਲ ਲੈਂਦਾ ਹੈ ਆਪਣੇ ਨਾਲ। ਨਾਨਕ ਨਾਮ ਮਿਲਾ, ਨਾਨਕ ਨਾਮ ਮਿਲਿਆ ਤਿਨ ਜਨ ਕਉ। ਅਸਲ ਵਿੱਚ ਉਸ ਜਨ ਨੂੰ, ਉਸ ਜੀਵ ਨੂੰ ਪ੍ਰਮਾਤਮਾ ਦਾ ਨਾਮ ਮਿਲਿਆ। ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਜਿਹਨੇ ਧੁਰੋਂ ਹੀ ਮੱਥੇ ਦੇ ਉੱਪਰ ਹੁਕਮ ਦੇ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਲੇਖ ਜਿਹਦੇ ਮੱਥੇ ਤੇ ਲਿਖਿਆ ਗਿਆ, ਉਸੇ ਨੂੰ ਆਖਦੇ ਨੇ ਭਾਈ ਉਸ ਪ੍ਰਮਾਤਮਾ ਦਾ ਨਾਮ ਮਿਲਦਾ ਹੈ, ਉਸੇ ਨੂੰ ਹੀ ਪ੍ਰਮਾਤਮਾ ਮਿਲਦਾ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੇ, ਤੇ ਮਨ ਵਿੱਚ ਬੜੀ ਵਾਰ ਇਹ ਆਉਂਦੀ ਹੈ ਗੱਲ ਕਿ ਵਾਰ-ਵਾਰ ਗੁਰੂ ਦਾ ਜ਼ਿਕਰ ਕਰ ਰਹੇ ਨੇ, ਵਾਰ-ਵਾਰ ਗੁਰ ਸ਼ਬਦ ਦਾ, ਵਾਰ-ਵਾਰ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰੂ ਦਾ ਸ਼ਬਦ ਮਿਲ ਗਿਆ, ਭਈ ਉਹਨਾਂ ਨੂੰ ਸਭ ਕੁਝ ਮਿਲ ਗਿਆ, ਉਹਨਾਂ ਨੂੰ ਪ੍ਰਮਾਤਮਾ ਮਿਲ ਗਿਆ। ਤੇ ਜਿਨ੍ਹਾਂ ਨੂੰ ਕੁਛ ਵੀ ਨਾ ਮਿਲਿਆ, ਜਿਹੜੇ ਗੁਰੂ ਦੇ ਸ਼ਬਦ ਤੋਂ ਸੱਖਣੇ ਰਹਿ ਗਏ, ਜਿਹੜੇ ਗੁਰੂ ਦੇ ਸ਼ਬਦ ਦੇ ਨੇੜੇ ਨਾ ਗਏ, ਮੇਰੇ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਉਹ ਫਿਰ ਭਟਕਦੇ ਨੇ, ਉਹਨਾਂ ਦਾ ਜੀਵਨ ਤ੍ਰਿਕਾਰ ਦੇ ਯੋਗ ਹੈ। ਪਾਤਸ਼ਾਹ ਨੇ ਕਹਿ ਦਿੱਤਾ ਨਾ ਕਿ ਉਹ ਕਿਉਂ ਇਸ ਸੰਸਾਰ ਵਿੱਚ ਆਏ। ਸੋ ਸਤਿਗੁਰੂ ਰਹਿਮਤ ਕਰਨ, ਸਮਾਂ ਸਮਾਪਤ ਹੈ। ਕੱਲ ਸ਼ਾਮ ਦੀ ਕਲਾਸ ਵਿੱਚ ਜੋ ਅਗਲੀ ਸੰਥਿਆ ਅਰਥਾਂ ਸਮੇਤ ਵਿਚਾਰਨ ਦਾ ਆਪਾਂ ਯਤਨ ਕਰਨਾ ਹੈ। ਫਿਰ ਬੇਨਤੀ ਕਰਾਂ, ਸਵੇਰ ਦੀ ਕਲਾਸ ਵਿੱਚ ਜੋ 11:30 ਵਜੇ ਹੈ, ਉਹਦੇ ਅੰਦਰ ਸਿੱਖ ਇਤਿਹਾਸ ਆਪਾਂ ਵਿਚਾਰ ਰਹੇ ਹਾਂ। ਅੱਜ ਮੀਰ ਮਨੂੰ ਦੀ ਮੌਤ ਤੱਕ ਵਿਚਾਰਿਆ ਕਿਵੇਂ ਮੀਰ ਮਨੂੰ ਨੇ ਨਖਾਸ ਚੌਂਕ ਲਾਹੌਰ ਵਿੱਚ, ਜਿਹਨੂੰ ਅੱਜ ਸ਼ਹੀਦਗੰਜ ਚੌਂਕ ਕਿਹਾ ਜਾਂਦਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਕਤਲ ਕੀਤਾ, ਉਹਨਾਂ ਦੇ ਸਿਰ ਵੱਢ ਦਿੱਤੇ ਗਏ। ਅੱਜ ਉੱਥੋਂ ਤੱਕ ਵਿਚਾਰਿਆ। ਕੋਸ਼ਿਸ਼ ਕਰਿਆ ਕਰੋ ਕਿ ਸਵੇਰ ਦੀ ਕਲਾਸ ਵਿੱਚ ਵੀ ਹਾਜ਼ਰੀ ਭਰੋ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬੇਅੰਤ ਫੁੱਲਾਂ ਦੀ ਖਿਮਾ, ਕਰੋ ਗੁਰਫਤਿਹ ਦੀ ਸਾਂਝ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।